ਹੁਣ ਅਸੀਂ ਗੱਲ ਕਰਦੇ ਹਾਂ, ਜੇ ਅਸੀਂ ਦੁਕਾਨ ਖੋਲ੍ਹਣੀ ਹੈ ਤਾਂ ਸਾਨੂੰ ਉਸ ਲਈ ਕਿਹੜੀ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜਦੋਂ ਆਪਾਂ ਆਪਣੀ ਦੁਕਾਨ ਨੂੰ ਸਟਾਰਟ ਕਰਨਾ ਹੈ ਜਾਂ ਸ਼ੁਰੂ ਕਰਨਾ ਹੈ ਤਾਂ ਉਸ ਦੁਕਾਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਉਸ ਮਾਰਕੀਟ ਦਾ ਸਰਵੇ ਕਰਨਾ ਚਾਹੀਦਾ ਹੈ ਜਾਂ ਸਾਨੂੰ ਆਪਣੇ ਸ਼ਹਿਰ ਦਾ ਸਰਵੇ ਕਰਨਾ ਚਾਹੀਦਾ ਹੈ ਵੀ ਜਿਹੜੀ ਦੁਕਾਨ ਆਪਾਂ ਖੋਲ੍ਹ ਰਹੇ ਹਾਂ ਉਹ ਕਿਸ ਮਾਰਕੀਟ ਵਿੱਚ ਚੰਗੀ ਤਰ੍ਹਾਂ ਚੱਲੇਗੀ ਅਤੇ ਸਾਨੂੰ ਕਿਸ ਜਗ੍ਹਾ ਤੋਂ ਚੰਗਾ ਰਿਸਪੌਂਸ ਮਿਲ ਸਕਦਾ ਹੈ। ਉਸ ਤੋਂ ਬਾਅਦ ਉਹ ਦੁਕਾਨ ਉਸ ਇਲਾਕੇ 'ਚ ਹੋਣੀ ਚਾਹੀਦੀ ਹੈ ਜਿੱਥੇ ਕਸਟਮਰ ਦੀ ਪਹੁੰਚ ਆਸਾਨ ਹੋਵੇ ਅਤੇ ਤੁਹਾਨੂੰ ਜੋ ਸਮਾਨ ਤੁਸੀਂ ਰੋ ਮਟੀਰੀਅਲ ਲੈਣਾ ਹੈ ਜਾਂ ਨਵਾਂ ਸਮਾਨ ਲੈਣਾ ਹੈ ਉਹ ਵੀ ਤੁਹਾਡੇ ਨਜ਼ਦੀਕ ਹੋਵੇ। ਸਾਨੂੰ ਕੋਸ਼ਿਸ਼ ਹਮੇਸ਼ਾ ਇਹੀ ਕਰਨੀ ਚਾਹੀਦੀ ਹੈ ਵੀ ਜਦੋਂ ਅਸੀਂ ਉਹ ਦੁਕਾਨ ਕਰ ਰਹੇ ਹਾਂ ਤਾਂ ਉਹ ਇਸ ਮੋਬਾਈਲ ਦੀ ਮਾਰਕੀਟ ਦੇ ਵਿੱਚ ਹੋਣੀ ਚਾਹੀਦੀ ਹੈ ਜਿਸ ਵਿੱਚ ਕੰਪੀਟੀਸ਼ਨ ਘੱਟ ਹੋ ਸਕੇ ਅਤੇ ਤੁਹਾਡਾ ਕੰਮ ਜ਼ਿਆਦਾ ਚੱਲ ਸਕੇ। ਠੀਕ ਹੈ, ਸਾਨੂੰ ਦੁਕਾਨ ਕਰਨ ਤੋਂ ਪਹਿਲਾਂ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਕਿ ਉਸ ਜਗ੍ਹਾ 'ਤੇ ਪਾਰਕਿੰਗ ਦੀ ਫੈਸਿਲਿਟੀ ਹੋਵੇ, ਉਸ ਲਈ ਕਸਟਮਰ ਦੇ ਆਉਣ ਜਾਣ ਲਈ ਰਾਹ ਖੁੱਲ੍ਹਾ ਹੋਵੇ ਅਤੇ ਉਸ ਜ਼ਿਆਦਾ ਭੀੜ ਵਾਲੇ ਇਲਾਕੇ 'ਚ ਨਾ ਹੋ ਸਕੇ ਤਾਂ ਜੋ ਕਸਟਮਰ ਨੂੰ ਆਉਣ ਜਾਣ ਵਿੱਚ ਤਕਲੀਫ ਨਾ ਹੋ ਸਕੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੁਕਾਨ ਦੇ ਅੰਦਰਲੇ ਸਮਾਨ ਬਾਰੇ। ਜਦੋਂ ਆਪਾਂ ਦੁਕਾਨ ਦੇ ਅੰਦਰਲੇ ਸਮਾਨ ਬਾਰੇ ਗੱਲ ਕਰਦੇ ਹਾਂ ਤਾਂ ਸਾਡਾ ਫਰਨੀਚਰ ਬਹੁਤ ਵਧੀਆ ਹੋਣਾ ਚਾਹੀਦਾ ਹੈ, ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤਾਂ ਜੋ ਕਸਟਮਰ ਲਈ ਬੈਠਣ ਲਈ ਸਾਫ਼ ਸੁਥਰੀ ਜਗ੍ਹਾ ਹੋਵੇ ਅਤੇ ਕਸਟਮਰ ਨੂੰ ਅਗਰ ਵੇਟ ਕਰਨੀ ਵੀ ਪਵੇ ਤਾਂ ਉਸ ਨੂੰ ਤਕਲੀਫ ਨਾ ਹੋਵੇ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਰਿਪੇਅਰ ਬਾਰੇ। ਜਦੋਂ ਕਸਟਮਰ ਸਾਨੂੰ ਕੋਈ ਫ਼ੋਨ ਰਿਪੇਅਰ ਲਈ ਦਿੰਦਾ ਹੈ ਤਾਂ ਸਾਡੇ ਕੋਲ ਉਸ ਲਈ ਇੱਕ ਬਕਾਇਦਾ ਇੱਕ ਰਜਿਸਟਰ ਹੋਣਾ ਚਾਹੀਦਾ ਹੈ ਜਿਸ ਵਿੱਚ ਉਸ ਦੀ ਐਂਟਰੀ ਹੋਵੇ, ਉਹਦੇ ਫ਼ੋਨ ਦੀ ਐਂਟਰੀ ਕੀਤੀ ਜਾਵੇ, ਉਹਦੇ ਸਮਾਨ ਦੀ ਐਂਟਰੀ ਕੀਤੀ ਜਾਵੇ ਤਾਂ ਜੋ ਸਮੇਂ 'ਤੇ ਜਾਂ ਸਮੇਂ ਤੋਂ ਬਾਅਦ ਉਹਦਾ ਸਮਾਨ ਨਾ ਬਦਲ ਸਕੇ ਅਤੇ ਕਸਟਮਰ ਨੂੰ ਵੀ ਤਸੱਲੀ ਹੋ ਸਕੇ ਵੀ ਹਾਂ ਵੀ ਮੈਂ ਇੱਕ ਚੰਗੀ ਦੁਕਾਨ 'ਤੇ ਆਪਣਾ ਫ਼ੋਨ ਠੀਕ ਕਰਨ ਲਈ ਦਿੱਤਾ ਹੈ। ਉਸ ਰਜਿਸਟਰ ਵਿੱਚ ਕਸਟਮਰ ਦਾ ਇੱਕ ਫ਼ੋਨ ਨੰਬਰ ਲਿਖਣਾ ਜ਼ਰੂਰੀ ਹੈ, ਉਸ ਦਾ EMI ਨੰਬਰ ਲਿਖਣਾ ਜ਼ਰੂਰੀ ਹੈ ਕੱਲ੍ਹ ਨੂੰ, ਤਾਂ ਜੋ ਅਸੀਂ ਜੋ ਫ਼ੋਨ ਠੀਕ ਕਰ ਰਹੇ ਹਾਂ ਜਦੋਂ ਉਸ ਨੂੰ ਵਾਪਸ ਕਰੀਏ ਤਾਂ ਉਹ ਸਹੀ ਢੰਗ ਨਾਲ ਚੱਲਦਾ ਹੋਣਾ ਚਾਹੀਦਾ ਹੈ ਅਤੇ ਉਹ EMI ਨੰਬਰ ਉਸ ਨਾਲ ਮੈਚ ਕਰਦਾ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਤੋਂ ਕੋਈ ਗਲਤੀ ਨਾ ਹੋ ਸਕੇ। ਐਂਟਰੀ ਰਜਿਸਟਰ ਤੋਂ ਬਾਅਦ ਜਦੋਂ ਫ਼ੋਨ ਆਪਾਂ ਰਿਪੇਅਰ ਕਰਨਾ ਸ਼ੁਰੂ ਕਰਦੇ ਹਾਂ ਤਾਂ ਉਸ ਦੇ ਮੁਤਾਬਿਕ ਸਾਰੇ ਟੂਲਸ ਸਾਡੇ ਕੋਲ ਪੂਰੇ ਹੋਣੇ ਚਾਹੀਦੇ ਹਨ ਅਤੇ ਜੋ ਮੋਬਾਈਲ ਲਈ ਰੋ ਮਟੀਰੀਅਲ ਆਪਾਂ ਨੂੰ ਚਾਹੀਦਾ ਹੈ ਉਹ ਸਾਡੇ ਕੋਲ ਮੌਜੂਦ ਹੋਣਾ ਚਾਹੀਦਾ ਹੈ। ਅਗਰ ਉਹ ਮੌਜੂਦ ਨਹੀਂ ਹੈ ਤਾਂ ਸਾਨੂੰ ਘੱਟ ਤੋਂ ਘੱਟ ਸਮੇਂ ਵਿੱਚ ਉਸ ਦੀ ਮੌਜੂਦਗੀ ਚਾਹੀਦੀ ਹੈ ਜਾਂ ਸਾਡੇ ਕੋਲ ਉਹ ਚੀਜ਼ ਉਸ ਟਾਈਮ ਹੋਣੀ ਚਾਹੀਦੀ ਹੈ। ਰਿਪੇਅਰ ਵਿੱਚ ਜਿਹੜੇ ਆਮ ਵਰਤੋਂ ਵਿੱਚ ਆਉਣ ਵਾਲੇ ਸਪੇਅਰ ਪਾਰਟਸ ਹਨ ਉਹਨਾਂ ਦੀ ਸਾਡੇ ਕੋਲ ਮੌਜੂਦਗੀ ਹਮੇਸ਼ਾ ਹੋਣੀ ਚਾਹੀਦੀ ਹੈ ਤਾਂ ਜੋ ਆਪਾਂ ਛੋਟੇ ਪਾਰਟਸ ਲਈ ਬਾਰ-ਬਾਰ ਆਪਾਂ ਮਾਰਕੀਟ 'ਚ ਨਾ ਜਾ ਸਕੀਏ ਅਤੇ ਨਾ ਹੀ ਆਪਾਂ ਨੂੰ ਬਾਰ-ਬਾਰ ਹੋਲਸੇਲ ਦੀ ਦੁਕਾਨ 'ਤੇ ਜਾਣਾ ਪਵੇ। ਉਸ ਲਈ ਕੀ ਹੈ, ਸਾਨੂੰ ਆਪਣੀ ਦੁਕਾਨ 'ਤੇ ਹੀ ਛੋਟੇ ਪਾਰਟਸ ਦਾ ਸਟਾਕ ਰੱਖਣਾ ਚਾਹੀਦਾ ਹੈ, ਜਿਵੇਂ ਕਿ ਛੋਟੀ LCDs ਹੋ ਗਏ, ਸਪੀਕਰ ਹੋ ਗਏ, ਮਾਈਕ ਹੋ ਗਏ, ਜੈਕ ਹੋ ਗਏ, ਛੋਟੀ ਬੋਡੀਜ਼ ਹੋ ਗਈ, ਟੱਚ ਹੋ ਗਏ, ਡਿਸਪਲੇਜ਼ ਵਗੈਰਾ ਸਾਡੇ ਕੋਲ ਉਹ ਸਟਾਕ ਵਿੱਚ ਹੋਣੇ ਚਾਹੀਦੇ ਹਨ। ਰਿਪੇਅਰ ਦੀ ਸ਼ੌਪ ਦੇ ਨਾਲ ਸਾਨੂੰ ਆਪਣੀ ਦੁਕਾਨ 'ਤੇ ਇੱਕ ਸਾਥੀ ਦੀ ਵੀ ਲੋੜ ਹੈ, ਉਹ ਸਾਥੀ ਜੋ ਕਿ ਤੁਹਾਡੀ ਦੁਕਾਨ ਦਾ ਧਿਆਨ ਰੱਖ ਸਕੇ ਅਤੇ ਤੁਹਾਡੇ ਸੇਲ ਕਾਊਂਟਰ ਨੂੰ ਸੰਭਾਲ ਸਕੇ। ਜੇਕਰ ਤੁਸੀਂ ਉਸ ਮੋਬਾਈਲ ਨੂੰ ਰਿਪੇਅਰ ਕਰ ਰਹੇ ਹੋ ਤਾਂ ਤੁਹਾਡਾ ਸਾਥੀ ਦੂਸਰੇ ਕਸਟਮਰ ਨੂੰ ਅਟੈਂਡ ਕਰ ਸਕੇ ਅਤੇ ਤੁਹਾਡੇ ਕਾਊਂਟਰ ਨੂੰ ਸੰਭਾਲ ਸਕੇ ਤਾਂ ਜੋ ਅਗਰ ਤੁਹਾਡੇ ਕੋਲ ਇੱਕ ਤੋਂ ਵੱਧ ਕਸਟਮਰ ਆਉਂਦੇ ਹਨ ਤਾਂ ਉਹਨਾਂ ਨੂੰ ਤਕਲੀਫ ਨਾ ਹੋਵੇ ਅਤੇ ਤੁਹਾਡੇ ਕੰਮ ਵਿੱਚ ਵੀ ਕੋਈ ਡਿਸਟਰਬੈਂਸ ਨਾ ਆਵੇ। ਇੱਕ ਤਾਂ ਤੁਹਾਡੀ ਦੁਕਾਨ 'ਤੇ ਚੋਰੀ ਦਾ ਕੰਮ ਘੱਟ ਜਾਏਗਾ, ਪਲੱਸ ਉਸ ਜਿਹੜਾ ਤੁਹਾਡਾ ਸਾਥੀ ਹੈ ਉਸ ਨੂੰ ਵੀ ਰੁਜ਼ਗਾਰ ਮਿਲੇਗਾ ਅਤੇ ਤੁਹਾਡੀ ਸਹਾਇਤਾ ਵੀ ਕਰ ਪਾਏਗਾ ਅਤੇ ਤੁਸੀਂ ਵੀ ਉਸ ਨੂੰ ਰੁਜ਼ਗਾਰ ਦੇਣ ਵਿੱਚ ਉਹਦੀ ਸਹਾਇਤਾ ਕਰ ਪਾਓਗੇ। ਠੀਕ ਹੈ, ਜਿਸ ਕਾਊਂਟਰ ਵਿੱਚ ਤੁਸੀਂ ਰਿਪੇਅਰ ਕਰ ਰਹੇ ਹੋ ਉਸ ਵਿੱਚ ਲਾਈਟ ਦਾ ਪ੍ਰੋਪਰ ਪ੍ਰਬੰਧ ਹੋਣਾ ਚਾਹੀਦਾ ਹੈ, ਤੁਹਾਡੇ ਟੂਲਸ ਪ੍ਰੋਪਰ ਉਸ ਕਾਊਂਟਰ 'ਤੇ ਹੋਣੇ ਚਾਹੀਦੇ ਹਨ ਅਤੇ ਇੱਕ ਹੋਰ ਜ਼ਰੂਰੀ ਗੱਲ, ਉਹ ਕਾਊਂਟਰ ਤੁਹਾਡਾ ਕਸਟਮਰ ਦੀ ਪਹੁੰਚ ਤੋਂ ਦੂਰ ਹੋਣਾ ਚਾਹੀਦਾ ਹੈ ਤਾਂ ਜੋ ਕਸਟਮਰ ਤੁਹਾਨੂੰ ਬਾਰ-ਬਾਰ ਉੱਥੇ ਜਾ ਕੇ ਤੰਗ ਨਾ ਕਰ ਸਕੇ ਅਤੇ ਤੁਸੀਂ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਕਰ ਸਕੋ ਅਤੇ ਟਾਈਮ ਸਿਰ ਕਰ ਸਕੋ। ਜੇਕਰ ਅਸੀਂ ਆਪਣੀ ਦੁਕਾਨ ਨੂੰ ਆਪਾਂ ਥੋੜ੍ਹੇ ਪੈਸੇ ਨਾਲ ਸ਼ੁਰੂ ਕਰਨਾ ਹੈ ਤਾਂ ਆਪਾਂ ਥੋੜ੍ਹੇ ਪੈਸੇ ਨਾਲ ਵੀ ਉਸ ਚੀਜ਼ ਨੂੰ ਸ਼ੁਰੂ ਕਰ ਸਕਦੇ ਹਨ। ਅਗਰ ਆਪਾਂ ਨੂੰ ਉਸ ਚੀਜ਼ ਲਈ ਜ਼ਿਆਦਾ ਇਨਵੈਸਟਮੈਂਟ ਦੀ ਲੋੜ ਹੈ ਤਾਂ ਇਹ ਦੁਕਾਨ ਲਈ ਸਾਨੂੰ ਲੋਨ ਵੀ ਪ੍ਰਾਪਤ ਹੁੰਦਾ ਹੈ। ਇਹ ਲੋਨ ਸਾਨੂੰ ਸਰਕਾਰੀ ਬੈਂਕਾਂ ਤੋਂ ਜਾਂ ਪ੍ਰਾਈਵੇਟ ਬੈਂਕਾਂ ਤੋਂ ਪ੍ਰਾਪਤ ਹੋ ਸਕਦਾ ਹੈ। ਇਸ ਤੋਂ ਬਾਅਦ ਸਾਨੂੰ ਇੱਕ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਰਾਹੀਂ ਵੀ ਇਹ ਲੋਨ ਪ੍ਰਾਪਤ ਹੁੰਦਾ ਹੈ ਜਿਸ ਦੀ ਆਸਾਨ ਕਿਸ਼ਤਾਂ ਵਿੱਚ ਭੁਗਤਾਨ ਹੁੰਦਾ ਹੈ ਅਤੇ ਅਸੀਂ ਆਪਣੇ ਰੋਜ਼ਗਾਰ ਤੋਂ ਹੀ ਇਹਦੀ ਕਿਸ਼ਤ ਆਸਾਨੀ ਨਾਲ ਕੱਢ ਸਕਦੇ ਹਾਂ ਅਤੇ ਆਪਣੇ ਰੋਜ਼ਗਾਰ ਨੂੰ ਹੋਰ ਜ਼ਿਆਦਾ ਵਧਾ ਸਕਦੇ ਹਾਂ। ਹੁਣ ਸਾਨੂੰ ਮੋਬਾਈਲ ਰਿਪੇਅਰ ਦੀ ਦੁਕਾਨ ਸ਼ੁਰੂ ਕਰਨ ਤੋਂ ਬਾਅਦ ਜੋ ਚੀਜ਼ਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਆਪਾਂ ਉਸ ਬਾਰੇ ਗੱਲ ਕਰਦੇ ਹਾਂ। ਉਸ ਵਿੱਚ ਸਭ ਤੋਂ ਸ਼ੁਰੂ ਵਿੱਚ ਆਉਂਦੀ ਹੈ ਵੀ ਰਿਪੇਅਰ ਸੈਕਸ਼ਨ ਵਿੱਚ ਤੁਹਾਡੇ ਜਿੱਥੇ ਤੁਸੀਂ ਰਿਪੇਅਰ ਕਰ ਰਹੇ ਹੋ ਉਸ ਵਿੱਚ ਕਸਟਮਰ ਦੀ ਐਂਟਰੀ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਜੋ ਤੁਹਾਡੇ ਕੋਲ ਦੁਕਾਨ 'ਤੇ ਰਿਪੇਅਰ ਲਈ ਫ਼ੋਨ ਆਉਂਦਾ ਹੈ ਤਾਂ ਉਸ ਲਈ ਤੁਹਾਡੇ ਕੋਲ ਇੱਕ ਪੱਕਾ ਰਜਿਸਟਰ ਹੋਣਾ ਚਾਹੀਦਾ ਹੈ ਜਿਸ ਵਿੱਚ ਤੁਸੀਂ ਕਸਟਮਰ ਦੇ ਫ਼ੋਨ ਦੀ ਐਂਟਰੀ ਕਿਤੋਂ ਅਤੇ ਉਸ ਨੂੰ ਬਾਅਦ ਜਾਣ ਤੋਂ ਬਾਅਦ ਉਸ ਨੂੰ ਮਤਲਬ ਓਕੇ ਵੀ ਕੀਤਾ ਜਾਵੇ ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਵੀ ਹਾਂ ਤੁਹਾਡੇ ਕੋਲ ਕਿਹੜਾ ਫ਼ੋਨ ਪਿਆ ਹੈ ਜਾਂ ਕਿਹੜਾ ਫ਼ੋਨ ਕਸਟਮਰ ਲਿਜਾ ਚੁੱਕਾ ਹੈ।
ਉਸ ਤੋਂ ਬਾਅਦ ਧਿਆਨ ਦੇਣ ਵਾਲੀ ਗੱਲ ਹੈ ਵੀ ਜਿਹੜਾ ਫ਼ੋਨ ਕਸਟਮਰ ਦੇ ਕੇ ਜਾਂਦਾ ਹੈ ਉਸ ਲਈ ਆਪਾਂ ਨੂੰ ਸਮੇਂ ਦੀ ਪਾਬੰਦੀ ਹੋਣੀ ਚਾਹੀਦੀ ਹੈ। ਅਗਰ ਆਪਾਂ ਕਸਟਮਰ ਨੂੰ ਉਸ ਲਈ 1 ਘੰਟੇ ਦਾ ਟਾਈਮ ਦਿੱਤਾ ਹੈ ਤਾਂ ਉਹ ਚੀਜ਼ ਆਪਾਂ ਨੂੰ 1 ਘੰਟੇ ਦੇ ਅੰਦਰ ਅੰਦਰ ਠੀਕ ਕਰਕੇ ਦੇਣੀ ਚਾਹੀਦੀ ਹੈ। ਅਗਰ ਉਹ ਚੀਜ਼ 1 ਘੰਟੇ ਵਿੱਚ ਨਹੀਂ ਠੀਕ ਹੁੰਦੀ ਤਾਂ ਸਾਨੂੰ ਕਸਟਮਰ ਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਹੈ ਵੀ ਉਹਦੇ ਫ਼ੋਨ ਵਿੱਚ ਠੀਕ ਹੋਣ ਵਿੱਚ ਸਮਾਂ ਲੱਗੇਗਾ, ਜਾਂ ਉਹ ਫ਼ੋਨ ਸ਼ਾਮ ਨੂੰ ਲਿਜਾ ਸਕਦਾ ਹੈ ਜਾਂ ਅਗਲੇ ਦਿਨ ਲਿਜਾ ਸਕਦਾ ਹੈ। ਇਸ ਲਈ ਸਾਨੂੰ ਵੀ ਸਮੇਂ ਦਾ ਪਾਬੰਦ ਰਹਿਣਾ ਚਾਹੀਦਾ ਹੈ ਤਾਂ ਜੋ ਕਸਟਮਰ ਨੂੰ ਤੰਗੀ ਨਾ ਆ ਸਕੇ ਅਤੇ ਸਾਨੂੰ ਵੀ ਨਾ ਤੰਗੀ ਆਵੇ। ਤੁਹਾਡੇ ਫ਼ੋਨ ਰਿਪੇਅਰ ਕਰਨ ਦੇ ਚਾਰਜਿਸ ਫਿਕਸ ਹੋਣੇ ਚਾਹੀਦੇ ਹਨ। ਜੇ ਉਹ ਫਿਕਸ ਨਹੀਂ ਹਨ ਤਾਂ ਤੁਸੀਂ ਕਸਟਮਰ ਨੂੰ ਉਸ ਚੀਜ਼ ਲਈ ਪਹਿਲਾਂ ਇਤਲਾਹ ਕਰ ਦਿਓ ਵੀ ਉਸਦੇ ਫ਼ੋਨ 'ਤੇ ਕਿੰਨੇ ਪੈਸੇ ਲੱਗਣਗੇ, ਤਾਂ ਜੋ ਫ਼ੋਨ ਰਿਪੇਅਰ ਹੋਣ ਤੋਂ ਬਾਅਦ ਤੁਸੀਂ ਕਸਟਮਰ ਨਾਲ ਨਾ ਝਗੜ ਸਕੋ। ਤੁਹਾਡੀ ਦੁਕਾਨ ਖੋਲ੍ਹਣ ਦਾ ਸਮਾਂ ਅਤੇ ਬੰਦ ਕਰਨ ਦਾ ਸਮਾਂ ਇੱਕ ਬਰਾਬਰ ਹੋਣਾ ਚਾਹੀਦਾ ਹੈ। ਉਸ ਵਿੱਚ ਲੰਚ ਟਾਈਮ ਐਕਸਟਰਾ ਤੁਹਾਡੀ ਦੁਕਾਨ ਦੇ ਉੱਪਰ ਡਿਸਪਲੇ ਹੋਣਾ ਚਾਹੀਦਾ ਹੈ ਤਾਂ ਜੋ ਕਸਟਮਰ ਨੂੰ ਕੋਈ ਪ੍ਰੋਬਲਮ ਨਾ ਆ ਸਕੇ। ਉਹਦੇ ਆਉਣ 'ਤੇ ਤੁਸੀਂ ਇਹ ਨਾ ਉਹਨੂੰ ਕਹੋ ਵੀ ਹਾਂ ਵੀ ਮੇਰਾ ਲੰਚ ਟਾਈਮ ਚੱਲ ਰਿਹਾ ਹੈ ਜਾਂ ਮੇਰੇ ਕੋਲ ਟਾਈਮ ਨਹੀਂ ਹੈ। ਇਸ ਲਈ ਇਸ ਚੀਜ਼ ਤੋਂ ਆਪਾਂ ਨੂੰ ਅਵੋਇਡ ਰੱਖਣਾ ਚਾਹੀਦਾ ਹੈ। ਜਦੋਂ ਕਸਟਮਰ ਦਾ ਫ਼ੋਨ ਸਾਡੇ ਕੋਲ ਰਿਪੇਅਰ ਲਈ ਆਉਂਦਾ ਹੈ ਤਾਂ ਉਸ ਦੇ ਜੋ ਐਕਸਟਰਨਲ ਪਾਰਟਸ ਹਨ ਜਿਵੇਂ ਕਿ ਬੋਡੀ, ਚਾਰਜਰ, ਸਿਮ ਕਾਰਡ ਜਾਂ ਮੈਮਰੀ ਕਾਰਡ ਆਦਿ, ਉਹ ਉਸ ਨੂੰ ਜਾਂ ਤਾਂ ਵਾਪਸ ਕਰ ਦੇਣੇ ਚਾਹੀਦੇ ਹਨ, ਜਾਂ ਅਗਰ ਆਪਾਂ ਉਹ ਚੀਜ਼ ਨੂੰ ਸਾਨੂੰ ਉਸ ਚੀਜ਼ ਦੀ ਲੋੜ ਹੈ ਤਾਂ ਉਸ ਚੀਜ਼ ਦੀ ਬਕਾਇਦਾ ਰਜਿਸਟਰ ਵਿੱਚ ਐਂਟਰੀ ਕਰਕੇ ਆਪਣੇ ਕੋਲ ਰੱਖਣੇ ਚਾਹੀਦੇ ਹਨ। ਜੇ ਸਾਨੂੰ ਉਸ ਚੀਜ਼ ਦੀ ਲੋੜ ਨਹੀਂ ਹੈ ਤਾਂ ਉਹਦਾ ਟਾਈਮ ਦੇ ਨਾਲ ਹੀ ਉਹ ਚੀਜ਼ ਕਸਟਮਰ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ ਤਾਂ ਜੋ ਉਸ ਦੀ ਚੀਜ਼ ਨਾ ਮਿਸਪਲੇਸ ਹੋ ਸਕੇ, ਨਾ ਹੀ ਕਿਸੇ ਨਾਲ ਬਦਲ ਸਕੇ। ਜਦੋਂ ਕੋਈ ਗਾਹਕ ਸਾਡੇ ਕੋਲ ਮੋਬਾਈਲ ਫ਼ੋਨ ਠੀਕ ਕਰਨ ਲਈ ਲੈ ਕੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਉਸ ਦੀ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤਾਂ ਜੋ ਰਿਪੇਅਰ ਕਰਨ ਤੋਂ ਪਹਿਲਾਂ ਸਾਨੂੰ ਉਸ ਦਾ ਫਾਲਟ ਪਤਾ ਚੱਲ ਸਕੇ ਅਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਉਸ ਲਈ ਕੀ ਸਮਾਨ ਦੀ ਲੋੜ ਹੈ ਅਤੇ ਸਾਨੂੰ ਕੀ ਚੀਜ਼ ਠੀਕ ਕਰਨੀ ਹੈ ਤਾਂ ਜੋ ਸਾਡੇ ਸਮੇਂ ਦੀ ਵੀ ਬਚਤ ਹੋ ਸਕੇ ਅਤੇ ਕਸਟਮਰ ਦੇ ਵੀ ਸਮੇਂ ਦੀ ਬਚਤ ਹੋ ਸਕੇ। ਮੋਬਾਈਲ ਦੀ ਪ੍ਰੋਬਲਮ ਚੰਗੀ ਤਰ੍ਹਾਂ ਸਮਝ ਕੇ ਉਸ ਵਿੱਚ ਦੇਖ ਕੇ ਵੀ ਸਾਨੂੰ ਉਸ ਨੂੰ ਕਿਹੜੇ ਪਾਰਟਸ ਦੀ ਲੋੜ ਹੈ ਅਤੇ ਉਸ ਦੀ ਕੋਸਟ ਚੰਗੀ ਤਰ੍ਹਾਂ ਜਾਣ ਕੇ ਸਾਨੂੰ ਉਹ ਕੋਸਟ ਕਸਟਮਰ ਨੂੰ ਪਹਿਲਾਂ ਦੱਸ ਦੇਣੀ ਚਾਹੀਦੀ ਹੈ ਤਾਂ ਜੋ ਕਸਟਮਰ ਦੀ ਵੀ ਤਸੱਲੀ ਹੋ ਸਕੇ ਵੀ ਉਸ ਨੂੰ ਕਿੰਨੇ ਪੈਸੇ ਲੱਗਣੇ ਹਨ ਅਤੇ ਉਸ ਨੂੰ ਕਿੰਨੇ ਪੈਸੇ ਪੇ ਕਰਨੇ ਪੈਣੇ ਹਨ। ਰਿਪੇਅਰ ਕਰਨ ਤੋਂ ਬਾਅਦ ਫ਼ੋਨ ਨੂੰ ਆਪਣੀ ਤਸੱਲੀ ਕਰ ਲੈਣੀ ਚਾਹੀਦੀ ਹੈ। ਅਗਰ ਜਦੋਂ ਆਪਾਂ ਕਸਟਮਰ ਨੂੰ ਉਹ ਫ਼ੋਨ ਵਾਪਸ ਕਰਨਾ ਹੈ ਤਾਂ ਕਸਟਮਰ ਦੀ ਚੰਗੀ ਤਰ੍ਹਾਂ ਤਸੱਲੀ ਕਰਾ ਕੇ ਹੀ ਉਹ ਫ਼ੋਨ ਉਸ ਨੂੰ ਵਾਪਸ ਕਰਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਬਾਰ-ਬਾਰ ਤੁਹਾਡੀ ਦੁਕਾਨ 'ਤੇ ਉਸ ਫ਼ੋਨ ਲਈ ਨਾ ਆਉਣਾ ਪਵੇ। ਮੋਬਾਈਲ ਫ਼ੋਨ ਰਿਪੇਅਰ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਕਸਟਮਰ ਤੁਹਾਡੇ ਕੋਲ ਦੁਕਾਨ 'ਤੇ ਮੋਬਾਈਲ ਰਿਪੇਅਰ ਕਰਾਉਣ ਲਈ ਆਉਂਦਾ ਹੈ ਤਾਂ ਉਸਦੇ ਫ਼ੋਨ ਦੀ ਚੰਗੀ ਤਰ੍ਹਾਂ ਸੰਭਾਲ ਰੱਖਣੀ ਚਾਹੀਦੀ ਹੈ। ਉਹਦੇ ਸਮੇਂ ਦੀ ਕੀਮਤ ਨੂੰ ਸਮਝਣਾ ਚਾਹੀਦਾ ਹੈ ਅਤੇ ਉਸ ਨੂੰ ਸਮੇਂ ਸਿਰ ਕੰਮ ਕਰਕੇ ਦੇਣਾ ਚਾਹੀਦਾ ਹੈ ਤਾਂ ਜੋ ਉਹ ਕਸਟਮਰ ਤੁਹਾਡੇ ਲਈ ਪੱਕਾ ਬਣ ਸਕੇ ਅਤੇ ਦੂਸਰਿਆਂ ਨੂੰ ਵੀ ਜਾ ਕੇ ਤੁਹਾਡੇ ਚੰਗੇ ਕੰਮ ਬਾਰੇ ਜਾਣਕਾਰੀ ਦੇ ਸਕੇ।